ਦਿਨੋਂ ਦਿਨ ਫੀਮੇਲ ਦੇ ਵਿੱਚ ਖੂਨ ਦੀ ਕਮੀ ਵੱਧਦੀ ਹੀ ਜਾ ਰਹੀ ਹੈ ਅਤੇ ਚਾਹੇ ਉਹ ਵਿਆਹੁਤਾ ਹੋਣ ਜਾਂ ਕੁਆਰੇ ਹਨ। ਜਦ ਅੱਜ ਸਾਡੀ ਟੀਮ ਵੱਲੋਂ ਮੈਡੀਕਲ ਫਰੀਦਕੋਟ ਦੇ ਗਾਇਨੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਹਰਪ੍ਰੀਤ ਕੌਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਹਰ ਰੋਜ਼ ਦੀ ਗਾਇਨੀ ਵਿਭਾਗ ਦੀ OPD 100 ਮਰੀਜ਼ਾਂ ਦੇ ਕਰੀਬ ਦੇਖੀ ਜਾਂਦੀ ਹੈ, ਜਿਨ੍ਹਾਂ 'ਚ 50% ਖੂਨ ਦੀ ਕਮੀ ਕਾਰਨ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਜੋ ਕਿ ਮੈਰਿਡ ਅਤੇ ਅਨਮੈਰਿਡ ਹਨ, ਜਿਨ੍ਹਾਂ ਦੀ ਉਮਰ ਕੋਈ ਸੀਮਤ ਨਹੀਂ ਹੈ ਅਤੇ ਕੁਝ ਮਰੀਜ਼ ਹਸਪਤਾਲ ਦੇ ਵਾਰਡਾਂ ਦੇ ਵਿੱਚ ਜਿਨ੍ਹਾਂ ਨੂੰ ਇਲਾਜ ਅਧੀਨ ਬਲੱਡ ਲਗਵਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਮੁੱਖ ਕਾਰਨ ਖੂਨ ਦੀ ਕਮੀ ਹੀ ਪਾਈ ਜਾ ਰਹੀ ਹੈ। ਗਰਭਵਤੀ ਮਹਿਲਾਵਾਂ ਨੂੰ ਖੂਨ ਦੀ ਕਮੀ ਕਾਰਨ ਜੱਚਾ ਅਤੇ ਬੱਚਾ ਨੂੰ ਦੋਨਾਂ ਨੂੰ ਜਾਨੀ ਮਾਨੀ ਨੁਕਸਾਨ ਹੋ ਸਕਦਾ ਹੈ, ਜੋ ਕਿ ਗਰਭਵਤੀ ਮਹਿਲਾਵਾਂ ਦਾ 11 ਗ੍ਰਾਮ HB ਰੱਖਣਾ ਬਹੁਤ ਹੀ ਜ਼ਰੂਰੀ ਹੈ। ਆਓ ਜਾਣਦੇ ਹਾਂ ਡਾਕਟਰ ਹਰਪ੍ਰੀਤ ਜੀ ਕੋਲੋਂ ਖੂਨ ਦੀ ਕਮੀ ਕਿਵੇਂ ਪੂਰੀ ਕੀਤੀ ਜਾ ਸਕਦੀ ਹੈ ਅਤੇ ਕਿਵੇਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਡਾਕਟਰ ਇੱਕ ਮਹਿਲਾਵਾਂ ਦੇ ਵਿੱਚ ਖੂਨ ਦੀ ਕਮੀ ਕਿਉਂ ਪਾਈ ਜਾ ਰਹੀ ਹੈ ਲਗਾਤਾਰ? ਤੁਹਾਡੇ ਕੋਲ ਕਿਸ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਨੇ? ਜਿਹੜੀ ਮਹਿਲਾਵਾਂ ਪ੍ਰੈਗਨੈਂਟ ਗਰਭਵਤੀ ਜਾਂ ਔਰਤਾਂ ਜਿਹੜੀਆਂ ਹੈਗੀਆਂ ਨੇ ਇਹ ਸਾਡੇ ਕੋਲੇ ਜ਼ਿਆਦਾ ਆਉਂਦੀਆਂ ਹੈਗੀਆਂ ਨੇ। ਹੁਣ ਉਹਨਾਂ ਦਾ ਖੂਨ ਕਾਫੀ ਘੱਟ ਹੁੰਦਾ ਹੈ। ਖੂਨ ਮਤਲਬ HB ਹੀਮੋਗਲੋਬਿਨ, ਜਿਹੜਾ ਕਿ ਰੈੱਡ ਬਲੱਡ ਸੈੱਲਸ ਹੁੰਦੇ ਆ, ਉਹਨਾਂ ਦੇ ਵਿੱਚ ਇੱਕ ਹੀਮੋਗਲੋਬਿਨ ਹੁੰਦਾ ਹੈ, ਜਿਹਦੇ ਨਾਲ ਕਿ ਆਕਸੀਜਨ ਦਾ ਸੰਚਾਰ ਜਿਹੜਾ ਹੈਗਾ ਸਾਰੀ ਬੋਡੀ ਦੇ ਵਿੱਚ ਜਾਂਦਾ ਹੈਗਾ। ਅਗਰ ਹੀਮੋਗਲੋਬਿਨ ਘੱਟ ਜਾਂਦਾ ਹੈਗਾ ਫੀਮੇਲਸ ਦਾ, ਬੱਚਿਆਂ ਦਾ, ਕਿਸੇ ਦਾ ਵੀ, ਮੇਲਸ ਦਾ ਵੀ, ਐਨੀਬਡੀ ਕਿਸੇ ਦਾ ਵੀ ਅਗਰ ਹੀਮੋਗਲੋਬਿਨ ਘੱਟ ਜਾਂਦਾ ਹੈਗਾ ਤਾਂ ਉਹਦੇ ਵਿੱਚ ਅਲਟੀਮੇਟਲੀ ਕੀ ਹੁੰਦਾ ਹੈ ਕਿ ਖੂਨ ਦਾ ਸੰਚਾਰ ਜਿਹੜਾ ਹੈਗਾ ਉਹ ਘੱਟ ਜਾਂਦਾ ਹੈਗਾ। ਖੂਨ ਦਾ ਆਕਸੀਜਨ ਦਾ ਸੰਚਾਰ ਘਟਣ ਦੇ ਨਾਲ ਬਹੁਤ ਸਾਰੀਆਂ ਕੰਪਲੀਕੇਸ਼ਨਸ ਆਉਂਦੀਆਂ ਹੈਗੀਆਂ ਨੇ ਨਾ। ਬੇਸਿਕਲੀ ਜਿਹੜਾ ਐਨੀਮੀਆ ਹੈਗਾ ਇਹ ਇੱਕਦਮ ਪ੍ਰੈਗਨੈਂਸੀ ਵਿੱਚ ਨਹੀਂ ਹੁੰਦਾ ਹੈਗਾ, ਇਹ ਸ਼ੁਰੂ ਤੋਂ ਹੀ ਚੱਲਦਾ ਆਉਂਦਾ ਹੈਗਾ ਨਾ। WHO ਕਹਿੰਦੀ ਹੈਗੀ ਕਿ ਜਿਹੜਾ ਮੇਨ ਹੀਮੋਗਲੋਬਿਨ ਲੈਵਲ ਹੈਗਾ ਇਹ ਘੱਟੋ ਘੱਟ 11 ਗ੍ਰਾਮ ਹੋਣਾ ਚਾਹੀਦਾ ਹੈਗਾ। ਬਟ ਜਿਹੜੀਆਂ ਸਾਡੇ ਕੋਲ ਪੇਸ਼ੈਂਟਸ ਆਉਂਦੇ ਆ ਕਈ ਵਾਰੀ ਉਹ 2 ਗ੍ਰਾਮ 2.5 ਗ੍ਰਾਮ 2 ਗ੍ਰਾਮ 2.5 ਗ੍ਰਾਮ ਦੇ ਹੀਮੋਗਲੋਬਿਨ ਲੈਵਲ ਨਾਲ ਵੀ ਆਉਂਦੀਆਂ ਹੈਗੀਆਂ। ਮਤਲਬ ਆਪਾਂ ਇਮੈਜਿਨ ਕਰ ਸਕਦੇ ਹਾਂ ਕਿ ਜਿੱਥੇ ਹੀਮੋਗਲੋਬਿਨ ਲੈਵਲ 11 ਗ੍ਰਾਮ ਹੋਣਾ ਚਾਹੀਦਾ ਉੱਥੇ ਉਹ ਘੱਟ ਕੇ ਕਈ ਵਾਰੀ 2-2.5 ਗ੍ਰਾਮ ਨਾਲ ਵੀ ਆਉਂਦੀਆਂ ਨੇ, ਤਾਂ ਉਹਦਾ ਕਿੰਨਾ ਜ਼ਿਆਦਾ ਕੰਪਲੀਕੇਸ਼ਨਸ ਹੋ ਸਕਦੀਆਂ ਨੇ, ਕਿੰਨੀਆਂ ਜ਼ਿਆਦਾ ਪ੍ਰੋਬਲਮ ਹੋ ਸਕਦੀ ਹੈਗੀ ਹੈ। ਸੋ ਬੇਸਿਕਲੀ ਆਪਾਂ ਸ਼ੁਰੂ ਕਰਦੇ ਹਾਂ, ਮਤਲਬ ਬੱਚਿਆਂ ਤੋਂ ਸ਼ੁਰੂ ਕਰ ਲੈਂਦੇ ਹੈਗਾ, ਬਿਕੋਜ਼ ਮੈਂ ਗਾਇਨੇਕੋਲੋਜਿਸਟ ਹੈਗੀ। ਆਈ ਐਮ ਡਾਕਟਰ ਹਰਪ੍ਰੀਤ, ਪ੍ਰੋਫੈਸਰ ਇਨ ਦਾ ਡਿਪਾਰਟਮੈਂਟ ਆਫ ਗਾਇਨੀ ਇਨ GGS ਮੈਡੀਕਲ ਕਾਲਜ। ਤੋਂ ਮਤਲਬ ਜਿਹੜੇ ਬੱਚੀਆਂ ਹੈਗੀਆਂ ਨੇ, ਫੀਮੇਲ ਪੇਸ਼ੈਂਟ ਹੀ ਆਉਂਦੇ ਆ ਮੇਰੇ ਕੋਲ ਤਾਂ ਸਾਰੇ, ਤਾਂ ਮੈਂ ਇਹ ਸਟਰੈਸ ਕਰਨਾ ਚਾਹੁੰਦੀ ਹੈਗੀ ਆ ਕਿ ਜਿਹੜਾ ਹੀਮੋਗਲੋਬਿਨ ਲੈਵਲ ਹੈਗਾ ਇਹ ਬੱਚਿਆਂ ਦੇ ਵਿੱਚ ਹੀ, ਲਾਈਕ ਫੀਮੇਲ ਚਾਈਲਡ ਦੇ ਵਿੱਚ ਹੀ ਆਪਾਂ ਨੂੰ ਪੂਰਾ ਕਰਨਾ ਚਾਹੀਦਾ ਹੈਗਾ। WHO ਹੈ ਜਾਂ ਇੰਡੀਆ ਦੇ ਵਿੱਚ ਵੀ ਜਿੰਨੀਆਂ ਵੀ ਆਪਾਂ ਰਨ ਕਰਦੇ ਹੈਗੇ ਆ ਸਾਰੀਆਂ ਪ੍ਰੋਗਰਾਮਸ ਵਗੈਰਾ ਰਨ ਕਰਦੇ ਹੈਗੇ ਦੇ ਏਮ ਐਟ ਕਿ ਹੀਮੋਗਲੋਬਿਨ ਸ਼ੁੱਡ ਬੀ 12/12, ਮਤਲਬ 12 ਸਾਲ ਦੀ ਉਮਰ ਦੇ ਵਿੱਚ ਇੱਕ ਫੀਮੇਲ ਦਾ ਹੀਮੋਗਲੋਬਿਨ 12 ਗ੍ਰਾਮ ਹੋਣਾ ਚਾਹੀਦਾ ਹੈਗਾ। ਹੁਣ ਇਹ ਕਿਉਂ ਨਹੀਂ ਹੁੰਦਾ ਹੈਗਾ? ਇੱਕ ਤਾਂ ਬਹੁਤ ਸਾਰੇ ਕਾਜ਼ਜ਼ ਹੈਗੇ ਨੇ, ਬਿਮਾਰੀਆਂ ਵੀ ਹੋ ਸਕਦੀਆਂ, ਕੋਈ ਬਲੀਡਿੰਗ ਡਿਸਆਰਡਰਸ ਹੈਗੇ ਨੇ, ਕੋਈ ਬਲੱਡ ਡਿਸਕਰੇਜ਼ੀਆਜ਼ ਹੈ, ਥੈਲਾਸੀਮੀਆਜ਼ ਹੈ, ਪਰ ਜਿਹੜਾ ਸਭ ਤੋਂ ਇੰਪੋਰਟੈਂਟ ਕਾਜ਼ ਹੈਗਾ ਦੈਟ ਇਜ਼ ਡਾਈਟ, ਨਿਊਟ੍ਰੀਸ਼ਨਲ ਜਿਹੜਾ ਅਨੀਮੀਆ ਹੈਗਾ ਇਹ ਸਭ ਤੋਂ ਜ਼ਿਆਦਾ ਕਾਮਨ ਹੈ, ਸਪੈਸ਼ਲੀ ਸਾਡੀ ਕੰਟਰੀ ਦੇ ਵਿੱਚ, ਕਿਉਂਕਿ ਡਾਈਟ ਪ੍ਰੋਪਰ ਨਹੀਂ ਮਿਲਦੀ ਹੈਗੀ ਆ ਫੀਮੇਲਸ ਨੂੰ। ਮਤਲਬ ਇੱਕ ਤਾਂ ਘਰ 'ਚ ਬੱਚੇ ਇੰਨੇ ਜ਼ਿਆਦਾ ਹੁੰਦੇ ਹੈਗੇ ਆ, ਪਰ ਹੈਡ ਹੀ ਡਾਈਟ ਘੱਟ ਮਿਲਦੀ ਹੈ। ਮੈਂ ਇਹ ਨਹੀਂ ਕਹਾਂਗੀ ਇਕੱਲੀ ਫੀਮੇਲ ਨੂੰ ਮਿਲਦੀ ਹੈ, ਮੁੰਡਿਆਂ ਨੂੰ ਵੀ ਘੱਟ ਮਿਲਦੀ ਹੋਏਗੀ। ਦੈਨ ਸੈਕਿੰਡਲੀ ਜਿਵੇਂ ਫਿਰ ਜੈਂਡਰ ਬਾਇਸ ਆ ਗਿਆ। ਜੈਂਡਰ ਬਾਇਸ ਦੇ ਵਿੱਚ ਫੀਮੇਲਸ ਨੂੰ ਫਿਰ
ਗਰਲ ਚਾਈਲਡ ਨੂੰ ਘੱਟ ਮਿਲਦੀ ਹੈ, ਮੁੰਡਿਆਂ ਨੂੰ ਪ੍ਰੈਫਰ ਕੀਤੀ ਜਾਂਦੀ ਹੈ ਕਿ ਇਹਨੇ ਬਾਹਰ ਜਾਣਾ, ਹੈਵੀ ਵਰਕ ਕਰਨਾ ਹੈਗਾ, ਤਾਂ ਇਹਨੂੰ ਖਾਣਾ ਜ਼ਿਆਦਾ ਦਿੱਤਾ ਜਾਵੇ, ਇਹਦੇ ਤਾਕਤ ਦੀ ਜ਼ਰੂਰਤ ਜ਼ਿਆਦਾ ਹੈਗੀ ਹੈ। ਪਰ ਆਪਾਂ ਇਹ ਨਹੀਂ ਸਮਝ ਪਾਉਂਦੇ ਹਾਂ ਕਿ ਇਹ ਜਿਹੜੀ ਜਨਾਨੀ ਹੈਗੀ ਹੈ, ਇਹਨੇ ਕੱਲ੍ਹ ਨੂੰ ਵਿਆਹ ਕਰਾਉਣਾ ਹੈਗਾ, ਇਹਨੇ ਹੀ ਫੈਮਿਲੀ ਅੱਗੇ ਵਧਾਉਣੀ ਹੈਗੀ ਹੈ, ਇਹਨੇ ਹੀ ਬੱਚੇ ਪੈਦਾ ਕਰਨੇ ਹੈ, ਤਾਂ ਇਹਨੂੰ ਇੱਕ ਮਤਲਬ ਸਾਊਂਡ ਹੈਲਥ, ਫੀਮੇਲ ਦੀ ਸਾਊਂਡ ਹੈਲਥ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ। ਮਤਲਬ ਇਹ ਸਾਡੀ ਸ਼ਾਰਟ ਸਾਈਟਡਨੈਸ ਹੈ, ਆਪਾਂ ਇਹ ਨਹੀਂ ਸਮਝ ਪਾਉਂਦੇ ਹੈਗੇ ਆ ਇਹ ਚੀਜ਼। ਸੋ ਮੇਨ ਇਜ਼ ਦ ਨਿਊਟ੍ਰੀਸ਼ਨਲ ਫੈਕਟਰ ਜਿਹੜਾ ਹੈਗਾ ਉਹ ਹੈਗਾ। ਦੈਨ ਸੈਕੰਡਲੀ ਮੈਂਸਟਰੁਅਲ ਇਰੈਗੂਲਰਿਟੀਜ਼ ਹੁੰਦੀਆਂ, ਕਈ ਵਾਰੀ ਬਲੀਡਿੰਗ ਜ਼ਿਆਦਾ ਆਉਂਦੀ ਹੈ, ਮੈਂਸਸ ਜ਼ਿਆਦਾ ਆਉਂਦੇ ਹੈਗੇ ਆ। ਫੀਮੇਲਸ ਬੱਚੀਆਂ ਜੱਸ ਵੀ ਨਹੀਂ ਪਾਉਂਦੀਆਂ ਹੈਗੀਆਂ, ਉਹਦੇ ਕਰਕੇ ਵੀ ਉਹਨਾਂ ਦਾ HB ਘੱਟ ਜਾਂਦਾ ਹੈਗਾ। ਦੈਨ ਸੈਕੰਡਲੀ ਹੈਗਾ ਕਿ ਜਿਵੇਂ ਹੁਣ ਪੇਸ਼ੈਂਟ, ਕੁੜੀਆਂ ਦਾ ਵਿਆਹ ਹੋ ਗਿਆ, ਜਲਦੀ ਵਿਆਹ ਹੋ ਗਿਆ, ਫਟਾਫਟ ਨਾਲ ਬੱਚੇ ਪੈਦਾ ਕਰਦੀਆਂ ਜਾਂ ਅਬੋਰਸ਼ਨਸ ਕਰਦੀਆਂ ਨੇ, ਪ੍ਰੋਪਰ ਕੰਟਰਾਸੈਪਸ਼ਨ ਨਹੀਂ ਯੂਜ਼ ਕਰਦੀਆਂ ਹੈਗੀਆਂ, ਤਾਂ ਪ੍ਰੈਗਨੈਂਸੀ ਦੇ ਵਿੱਚ ਬਹੁਤ ਹੀਮੋਗਲੋਬਿਨ 2-3 ਗ੍ਰਾਮ ਡਾਊਨ ਹੋ ਜਾਂਦਾ ਹੈਗਾ। ਅਤੇ ਅਗਰ ਉਹ ਵਾਰੀ ਜਲਦੀ ਪ੍ਰੈਗਨੈਂਸੀ ਕਰੀ ਜਾਏਗੀ, ਉਹਦੇ ਵਿੱਚ ਉਹ ਫਿਲ ਹੀ ਨਹੀਂ ਹੋਏਗਾ ਗੈਪ, ਉਹਨੂੰ ਟਾਈਮ ਹੀ ਨਹੀਂ ਮਿਲੇਗਾ ਉਹਦਾ ਹੀਮੋਗਲੋਬਿਨ, ਉਹਦੇ ਆਇਰਨ ਸਟੋਰਸ ਕੰਪਲੀਟ ਕਰਨ ਦਾ, ਅਤੇ ਉਹ ਕੰਪਲੀਟ ਹੀ ਨਹੀਂ ਹੋ ਪਾਏਗਾ। ਉਹ ਪਹਿਲਾਂ 11 ਗ੍ਰਾਮ ਤੋਂ 8 ਗ੍ਰਾਮ, ਫਿਰ 8 ਤੋਂ 6, 6 ਤੋਂ 5 ਉਹਦਾ ਹੀਮੋਗਲੋਬਿਨ ਲੈਵਲ ਗਿਰੀ ਜਾਏਗਾ। तो ये दिस इज़ ऑल्सो वन ऑफ द रीजनस, मतलब डाइटरी है, न्यूट्रिशनल है, दैन बिकॉज ऑफ द दिस ह्यूकवॉर्म इन्फेक्शनस है जड़ियाँ, पेट के कीड़े। सो ये सारी ड्राइव चलती हैगी स्कूल के बच्चों के भी कि पेट के कीड़े मारन वास्ते एल्बेंडाजोल दी जाती हैगी, सारे स्कूल के बच्चों को दी जाती है, ताकि ये जी हुकवॉर्म इन्फेक्शन हैगी है, पेट के कीड़े हैगे मारे जान। फिर आयरन टैबलेट्स वगैरह हैगे आ, सारा वो भी सारा सप्लाई किया जाता है, प्रोग्राम्स हैगे आ, एंटीनेटल मदर्स वास्ते भी आयरन सप्लीमेंटेशन फ्री ऑफ कॉस्ट सरकार दिंदी हैगी है, सिर्फ ऐसे करके ताकि जी मदर हैगी है वो हैल्दी रहे। बिकॉज अगर मदर फीमेल घर की हैल्दी है तो घर ठीक है, जे फीमेल घर की हैल्दी नहीं है तो फिर घर में कोई नहीं बचा सकता। सो ये मेन रीज़न है। फिर कॉम्प्लीकेशनस की हो सकती हैं अनीमिया का। अनीमिया जेदा हीमोग्लोबिन लैवल ठीक है, पेशेंट को कोई ब्लीडिंग होगी ड्यूरिंग प्रैगनेंसी, कोई अबॉर्शन होगी, कोई वैसे ऑल अगे आन नाल या ऑल फटन नाल ब्लीडिंग होगी, तो या बच्चा पैदा करन तो बाद ब्लीडिंग होगी या कोई होर कॉम्प्लीकेशन होगी, तो वो जड़ा है वो बचिया रहिंदा है, बची रहिंदी है फीमेल। पर अगर उसका HB पहले ही घट है, वो कितना कंपनसेट करेगी बेचारी, वो फिर वह जल्दी डाउनफॉल हो जाता है। मतलब ये सही कहा गया है ना कि भी प्रैगनेंसी जी हैगी है, बच्चा पैदा करना, प्रैगनेंसी ये एक औरत वास्ते उसका दूसरा जन्म है। सो आपां नूं एक हैल्दी मदर ही करनी है ना, हैल्दी मदर होएगी तो ही वो सारा स्ट्रैस मतलब कर सकेगी। और एक अनीमिया एक ऐसा कॉज है जिहड़ा कि बहुत सारा कॉम्प्लीकेशनस नूं, मैटरनल कॉम्प्लीकेशनस नूं बहुत सारा प्रिवेंट कर सकता है, प्रिवेंट कर सकता मतलब मोर्टैलिटी प्रिवेंट हो सकती है। जे आप अनीमिया कंट्रोल करिए तो बहुत सारे कॉजेज मोर्टैलिटी के है आप प्रिवेंट कर सकते हैं। होर की कॉम्प्लीकेशन हो सकती हैं, प्री टर्म लेबर जा सकती है फीमेल, प्री टर्म मतलब बच्चा जल्दी हो सकता है, बच्चे को भी नुकसान है। हुण जिहड़ा बच्चा हुंदा है माँ के अंदर, जिहड़ा भ्रूण हैगा वो जिहड़ा सारा हीमोग्लोबिन है, सारा कुछ है वो मदर तो ही लैंदा है। हुण हीमोग्लोबिन मैं पहला भी दस्सिया इट इज़ द ऑक्सीजन कैरी करता है माँ वास्ते भी तो बच्चे वास्ते भी। जो हीमोग्लोबिन घट है, ऑक्सीजन मदर को भी घट जाऊगा, बच्चे को भी घट जाऊगा। सो हीमोग्लोबिन लैवल नॉर्मल होना 10-11 ग्राम होना मतलब इट इज़ वेरी इंपॉर्टेंट, ये बहुत ज़रूरी है माँ वास्ते भी तो बच्चे वास्ते भी। नैक्सट जनरेशन मतलब जी आप कह रहे हैं। हुण प्री टर्म लेबर हो सकती है, अबॉर्शन के चांसिस ज़्यादा हो सकते हैं, फिर वह BP भी बढ़ सकता है अगर वह हीमोग्लोबिन घट है, फिर अगर उन्होंने ब्लीडिंग ज़्यादा पै गई हैगी तो जल्दी शॉक च चली जाएगी, वो जल्दी वो मरण के चांसिस काफ़ी ज़्यादा बढ़ जाते हैं। जो कि अपना मेन फोकस है, एम है अपना इंडिया का कि असी जी मैटरनल मोर्टैलिटी हैगी वो घटानी हैगी है। सो ये इनडायरैक्ट कॉज जोड़ा है नंबर 1 पोजीशन पर अनीमिया ही आता है। जी सरकार ने सारिया आशा वर्कर्स और सारा जो रिसोर्सिज है ये इस वास्ते है कि आप हाई रिस्क प्रैगनेंसीज़ को पकड़ सकीए। आयरन टैबलेट्स मतलब ग्रास रूट लैवल पर भी आयरन टैबलेट जड़ियाँ है दित्तियां जांदियां ने ताकि उन्होंने हीमोग्लोबिन लैवल नॉर्मल रहे। दैन पेशेंट अनीमिया सीवियर अनीमिया हो गया पेशेंट जिमें कि 7 ग्राम तो घट अगर HB है तो वो सीवियर अनीमिया चला जाएगा पेशेंट। उन्होंने कंडीशनस की होंगे कि पेशेंट फेलियर चला जाता है। फेलियर मतलब वह हार्ट जोड़ा है वो काम करना बंद कर देता है, हीमोग्लोबिन पहला ही घट है, हार्ट बहुत ज़्यादा पंप करता है सारिया डिमांड्स बॉडी दी मेनटेन करने के लिए, फिर हार्ट भी थक जाता है, वो फेलियर चला जाता है। सो सीवियर अनीमिया के हार्ट फेलियर भी हो जाता है।
ਸੋ ਇਹ ਮੇਨ ਕਾਜ਼ਜ਼ ਹੈਗੇ ਆ। ਫਿਰ ਹੋਰ ਵੀ ਹੁੰਦੇ ਆ, ਬਲੱਡ ਡਿਸਕਰੇਜ਼ੀਆ, ਥੈਲਾਸੀਮੀਆਜ਼, ਹੀਮੋਗਲੋਬਿਨੋਪੈਥੀਜ਼ ਹੋ ਗਈਆਂ, ਸਿਕਲ ਸੈੱਲ ਅਨੀਮੀਆ ਵਗੈਰਾ ਹੋ ਗਿਆ, ਇਹਨਾਂ ਦੇ ਵਿੱਚ ਵੀ ਅਨੀਮੀਆ ਦੇ ਚਾਂਸਸ ਹੁੰਦੇ ਹੈਗੇ ਨੇ। ਫਿਰ ਕਈ ਵਾਰੀ ਹੁੰਦਾ ਜਮਾਂਦਰੂ ਹੀ ਹੁੰਦਾ ਕਿ ਬੋਨ ਮੈਰੋ ਹੀ ਕੰਮ ਨਹੀਂ ਕਰ ਰਹੀ ਆ, ਉਹਦੇ ਵਿੱਚ ਹੀਮੋਗਲੋਬਿਨ ਵੀ ਘੱਟ ਜਾਂਦਾ, ਬਾਕੀ ਦੇ ਸੈੱਲ ਵੀ ਘੱਟ ਜਾਂਦੇ ਆ। ਦੈਨ ਅਨੀਮੀਆ ਡਰੱਗਸ ਕਰਕੇ ਵੀ ਹੋ ਸਕਦਾ, ਕੋਈ ਡਰੱਗਸ ਲੈ ਰਿਹਾ ਹੈ ਜਾਂ ਕਿਸੇ ਨੂੰ ਬਵਾਸੀਰ ਦੀ ਤਕਲੀਫ ਹੈ ਜਾਂ ਕਿਸੇ ਨੂੰ ਡੇਟ ਜ਼ਿਆਦਾ ਆ ਰਹੀ ਹੈ, ਕੋਈ ਰਸੌਲੀ ਹੈਗੀ ਹੈ ਜਾਂ ਕੋਈ ਪੇਟ ਵਿੱਚ ਕੋਈ ਡਾਈਜੈਸ਼ਨ 'ਚ ਪ੍ਰੋਬਲਮ ਹੈਗੀ ਹੈ। ਸੋ ਇਹ ਸਾਰੇ ਕਾਜ਼ਜ਼ ਵੀ ਹੁੰਦੇ ਆ ਅਨੀਮੀਆ ਦੇ, ਜਿਹੜੇ ਆਪਾਂ ਨੂੰ ਜਦੋਂ ਆਪਾਂ ਮਰੀਜ਼ ਆਉਂਦਾ ਉਹਨੂੰ ਆਪਾਂ ਸਾਰਾ ਵਰਕਅਪ ਕਰਨਾ ਹੈ ਕਿ ਜੇ ਕੋਈ ਡਾਈਟ ਵਗੈਰਾ ਠੀਕ ਹੈ, ਸਾਰਾ ਕੁਝ ਠੀਕ ਹੈ। ਸੋ ਦੇਰ ਕੈਨ ਬੀ ਅਦਰ ਕਾਜ਼ਜ਼ ਆਫ ਅਨੀਮੀਆ ਆਲਸੋ, ਜਿਹੜੇ ਕਿ ਆਪਾਂ ਰੂਲ ਆਊਟ ਕਰਨੇ ਹੈਗੇ ਆ। ਹੁਣ ਜਦੋਂ ਪੇਸ਼ੈਂਟ ਐਂਟੀਨੇਟਲ ਪੇਸ਼ੈਂਟ ਆਪਣੇ ਕੋਲੇ ਆਈ ਹੈਗੀ ਆ, ਆਪਾਂ ਸਾਰਾ ਉਹਦਾ ਚੈੱਕਅਪ ਵਗੈਰਾ ਕੀਤਾ ਹੈਗਾ, ਹੀਮੋਗਲੋਬਿਨ ਲੈਵਲ ਉਹਦਾ ਦੇਖਿਆ ਹੈਗਾ ਸਾਰਾ, ਤੇ ਆਪਾਂ ਉਸਨੂੰ ਆਇਰਨ ਟੈਬਲੇਟਸ ਓਰਲ ਦੇਤੀਆਂ ਖਾਣ ਵਾਸਤੇ, ਹੈ ਨਾ। ਕਈ ਵਾਰੀ ਕੀ ਹੁੰਦਾ ਕਿ ਪੇਸ਼ੈਂਟ ਆਇਰਨ ਟੈਬਲੇਟਸ ਖਾਂਦਾ ਨਹੀਂ ਹੈ, ਰੈਗੂਲਰ ਉਹਦਾ ਫੋਲੋ ਅਪ ਆਪਾਂ ਉਹਦਾ ਕਰਨਾ ਹੁੰਦਾ ਹੈ ਕਿ ਖਾ ਰਿਹਾ ਜਾਂ ਨਹੀਂ ਖਾ ਰਿਹਾ। ਫਿਰ ਅਗਰ ਦੁਬਾਰਾ ਉਹਦਾ HB ਨਹੀਂ ਵੱਧਦਾ ਹੈਗਾ, ਫਿਰ ਆਪਾਂ ਉਹਦੇ ਦੁਬਾਰਾ ਟੈਸਟ ਕਰਕੇ ਦੇਖਦੇ ਹਾਂ ਕਿ ਉਹਦਾ HB ਕਿਉਂ ਨਹੀਂ ਵੱਧ ਰਿਹਾ ਹੈਗਾ। ਜੇ ਓਰਲ ਆਇਰਨ ਨੂੰ ਨਹੀਂ ਰਿਸਪੌਂਡ ਕਰ ਰਿਹਾ ਜਾਂ ਆਪਣੇ ਕੋਲੇ ਟਾਈਮ ਜਿਹੜਾ ਹੈਗਾ ਉਹ ਘੱਟ ਹੈਗਾ, ਫਿਰ ਆਪਾਂ ਉਸਨੂੰ ਇੰਜੈਕਟੇਬਲ ਆਇਰਨ ਲਗਾ ਦਿੰਦੇ ਹੈਗੇ ਆ। ਫਿਰ ਕਈ ਵਾਰੀ ਪੇਸ਼ੈਂਟ ਇੰਨੇ ਘੱਟ ਖੂਨ ਦੇ ਨਾਲ ਆਉਂਦਾ ਹੈਗਾ ਕਿ ਆਪਾਂ ਨੂੰ ਲੱਗਦਾ ਆਇਰਨ ਦੇ ਨਾਲ ਟੀਕੇ ਲਗਾਉਣ ਦੇ ਨਾਲ ਜਾਂ ਓਰਲ ਆਇਰਨ ਦੇਣ ਦੇ ਨਾਲ ਹੀਮੋਗਲੋਬਿਨ ਲੈਵਲ ਨਹੀਂ ਵਧੂਗਾ। ਉਹਨਾਂ ਕੇਸਿਸ ਦੇ ਵਿੱਚ ਆਪਾਂ ਬਲੱਡ ਟ੍ਰਾਂਸਫਿਊਜ਼ ਕਰਦੇ ਹਾਂ। ਹੁਣ ਦੇਖੋ, ਬਲੱਡ ਟ੍ਰਾਂਸਫਿਊਜ਼ ਕਰਦੇ ਹਾਂ ਤਾਂ ਬਲੱਡ ਦੀਆਂ ਟ੍ਰਾਂਸਫਿਊਜ਼ ਕਰਨ ਦੀਆਂ ਆਪਣੀਆਂ ਕੰਪਲੀਕੇਸ਼ਨਸ ਹੁੰਦੀਆਂ, ਮਤਲਬ ਇਟ ਇਜ਼ ਨਾਟ ਈਜ਼ੀ। ਸੋ ਬੇਸਿਕਲੀ ਆਪਣਾ ਏਮ ਤਾਂ ਇਹੀ ਹੋਣਾ ਚਾਹੀਦਾ ਹੈਗਾ ਕਿ ਆਪਾਂ ਬੱਚਿਆਂ ਦੇ ਲੈਵਲ 'ਤੇ ਆਪਾਂ ਹੀਮੋਗਲੋਬਿਨ ਲੈਵਲ ਜਿਹੜਾ ਹੈਗਾ ਉਹਨਾਂ ਦਾ ਪੂਰਾ ਕਰਕੇ ਰੱਖੀਏ, ਤਾਂ ਕਿ ਅੱਗੇ ਜਾ ਕੇ ਆਪਾਂ ਨੂੰ ਪਰੇਸ਼ਾਨੀ ਨਾ ਆਵੇ ਕੋਈ। ਹਾਂਜੀ, ਦੇਖੋ, ਸਰਕਾਰ ਦੀਆਂ ਹਦਾਇਤਾਂ ਹੈਗੀਆਂ ਕਿ ਜਿਹੜੀਆਂ ਵੀ ਪ੍ਰੈਗਨੈਂਟ ਫੀਮੇਲਸ ਹੁੰਦੀਆਂ ਨੇ, ਗਰਭਵਤੀ ਔਰਤਾਂ, ਉਹਨਾਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਹੁੰਦੀ ਹੈ। ਸੋ ਪਿੰਡਾਂ ਦੇ ਵਿੱਚ ਘਰ ਘਰ ਜਾ ਕੇ ਜਿਹੜੀਆਂ ਆਸ਼ਾ ਵਰਕਰਸ ਹੈਗੀਆਂ ਨੇ ਔਰ ANMs ਹੈਗੀਆਂ ਨੇ, ਇਹ ਰਜਿਸਟ੍ਰੇਸ਼ਨ ਕਰਦੀਆਂ ਹੈਗੀਆਂ ਨੇ ਪ੍ਰੈਗਨੈਂਟ ਫੀਮੇਲਸ ਦੀਆਂ। ਉਹਨਾਂ ਨੂੰ ਇੱਕ ਏਰੀਆ ਡਿਵਾਈਡ ਕੀਤਾ ਗਿਆ ਹੁੰਦਾ, ਉੱਥੇ ਜਾ ਕੇ ਉਹ ਰਜਿਸਟ੍ਰੇਸ਼ਨ ਕਰਦੀਆਂ ਹੈਗੀਆਂ ਨੇ। ਫਿਰ ਉਹਨਾਂ ਨੂੰ ਪ੍ਰੋਪਰ ਐਂਟੀਨੇਟਲ ਚੈੱਕਅਪ ਕਰਵਾਇਆ ਜਾਂਦਾ ਹੈਗਾ। ਉਹ ਨਾਲੇ ਰੈਕਗਨਾਈਜ਼ ਕਰਦੀਆਂ ਨੇ ਕਿ ਕਿਹੜੇ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਹਾਈ ਰਿਸਕ ਪੇਸ਼ੈਂਟ ਹੈਗੇ ਆ, ਤਾਂ ਕਿ ਉਹਨਾਂ ਨੂੰ ਸਿਵਲ ਹਸਪੀਟਲ 'ਚ ਜਾਂ ਉਹਨਾਂ ਨੂੰ ਮੈਡੀਕਲ ਕਾਲਜ, ਟਰਸ਼ਰੀ ਸੈਂਟਰ 'ਚ ਭੇਜਿਆ ਜਾ ਸਕੇ, ਤਾਂ ਕਿ ਉਹਨਾਂ ਦੀਆਂ ਕੰਪਲੀਕੇਸ਼ਨਸ ਟਾਈਮ ਸਿਰ ਡੀਲ ਹੋ ਜਾਣ, ਤਾਂ ਕਿ ਸਾਰਾ ਕੁਝ ਹੈਲਦੀ ਹੋਵੇ, ਮਤਲਬ ਮਾਂ ਵੀ ਹੈਲਦੀ ਹੋਵੇ ਅਤੇ ਬੱਚਾ ਵੀ ਹੈਲਦੀ ਹੋਵੇ, ਜੱਚਾ ਬੱਚਾ ਦੋਨੋਂ ਸਹੀ ਰਹਿਣ। ਆਇਰਨ ਟੈਬਲੇਟਸ ਜਿਹੜੀਆਂ ਹੈਗੀਆਂ ਨੇ ਉਹ ਤੀਸਰਾ ਮਹੀਨਾ ਪੂਰਾ ਹੋਣ 'ਤੇ ਜਦੋਂ ਚੌਥਾ ਮਹੀਨਾ ਲੱਗਦਾ ਹੈਗਾ, ਆਇਰਨ ਟੈਬਲੇਟਸ ਦਿੱਤੀਆਂ ਜਾਂਦੀਆਂ ਨੇ। ਆਇਰਨ ਟੈਬਲੇਟਸ ਜਿਵੇਂ ਇੱਕ ਆਇਰਨ ਦੀ ਗੋਲੀ ਦਿੱਤੀ ਗਈ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਵਧਾ ਕੇ ਆਪਾਂ 2 ਗੋਲੀਆਂ 3 ਗੋਲੀਆਂ 20 ਦਿਨ ਦੀਆਂ ਦੇ ਸਕਦੇ ਹੈਗੇ ਆ। ਇਹ ਸਰਕਾਰ ਦੀਆਂ ਆਇਰਨ ਦੀਆਂ ਗੋਲੀਆਂ ਹੈਗੀਆਂ ਨੇ, ਅਗਰ ਉਹ ਵੀ ਪੇਸ਼ੈਂਟ ਚੰਗੀ ਤਰ੍ਹਾਂ ਨਾਲ ਖਾਂਦਾ ਰਹੇ, ਉਹਦੇ ਨਾਲ ਵੀ ਉਹਦਾ ਹੀਮੋਗਲੋਬਿਨ ਲੈਵਲ ਪੂਰਾ ਰਹਿੰਦਾ ਹੈਗਾ। ਹੁਣ ਆਈ ਡਾਈਟ ਦੀ ਗੱਲ, ਡਾਈਟ ਵਾਸਤੇ ਕੋਈ ਖਾਸ ਡਾਈਟ ਲੈਣ ਦੀ ਉਹ ਨਹੀਂ ਹੁੰਦਾ ਹੈਗਾ ਕਿ ਆਪਾਂ ਬਾਜ਼ਾਰੋਂ ਦੀ ਕੋਈ ਮਹਿੰਗਾ ਫਰੂਟ ਜਾਂ ਕੋਈ ਮਹਿੰਗੀ ਸਬਜ਼ੀ ਜਾਂ ਕੋਈ ਮਹਿੰਗਾ ਹੀ ਲੈ ਕੇ ਖਾਣਾ। ਜਿਹੜੇ ਮੌਸਮੀ ਫਲ ਫਰੂਟ ਹੈਗੇ ਨੇ, ਮੌਸਮੀ ਸਬਜ਼ੀਆਂ ਹੈਗੀਆਂ ਨੇ, ਆਮ ਦਾਲਾਂ ਰੋਟੀਆਂ ਜਿਹੜੀਆਂ ਆਪਾਂ ਖਾਂਦੇ ਹੈਗੇ ਆ, ਅਗਰ ਆਪਾਂ ਉਹ ਵੀ ਠੀਕ ਤਰ੍ਹਾਂ ਨਾਲ ਖਾਧੇ ਜਾਣ ਜਾਂ ਗਰਭਵਤੀ ਮਹਿਲਾ ਨੂੰ ਦਿੱਤੇ ਜਾਣ, ਤਾਂ ਉਹ ਵੀ ਉਹਦਾ ਹੀਮੋਗਲੋਬਿਨ ਲੈਵਲ ਪੂਰਾ ਕਰ ਸਕਦੇ ਹੈਗੇ ਨੇ। ਮਤਲਬ ਉਹਦੇ ਉੱਤੇ ਕੋਈ ਖਾਸ ਐਕਸਟਰਾ ਪੈਸਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ। ਫਿਰ ਜਦੋਂ ਪੇਸ਼ੈਂਟ ਡਿਲੀਵਰ ਕਰਦਾ ਹੈਗਾ, ਉਸ ਤੋਂ ਬਾਅਦ ਵੀ ਜਦੋਂ ਲੈਕਟੇਟਿੰਗ ਪੀਰੀਅਡ ਹੈਗਾ, ਲੈਕਟੇਸ਼ਨ ਦੇ ਵਿੱਚ ਜਦੋਂ ਉਹ ਫੀਡ ਦੇ ਰਹੀ ਹੈ ਆਪਣੇ ਬੱਚੇ ਨੂੰ, ਤਾਂ ਉਹਦੇ ਵਿੱਚ ਵੀ ਉਹਦੀ ਉਨੀ ਹੀ ਰਿਕੁਆਇਰਮੈਂਟ ਹੈਗੀ ਹੈ, ਇਨਫੈਕਟ ਜ਼ਿਆਦਾ ਰਿਕੁਆਇਰਮੈਂਟ ਹੈਗੀ ਹੈ ਜਿੰਨੀ ਕਿ ਉਹ ਗਰਭਵਤੀ ਹੋਣ 'ਤੇ ਉਹਦੀ ਰਿਕੁਆਇਰਮੈਂਟ ਹੈ। ਸਰਕਾਰ ਵੀ ਕਹਿੰਦੀ ਹੈ ਕਿ ਬੱਚਾ ਹੋਣ ਤੋਂ ਬਾਅਦ ਉਹਨੂੰ 3 ਮਹੀਨੇ ਜਿਹੜੀ ਹੈਗੀ ਆ ਆਇਰਨ ਸਪਲੀਮੈਂਟੇਸ਼ਨ ਦੇਣੀ ਚਾਹੀਦੀ ਹੈਗੀ ਹੈ, ਤਾਂ ਕਿ ਉਹਦੇ ਜਿਹੜੇ ਸਾਰੇ ਆਇਰਨ ਸਟੋਰਸ ਹੈਗੇ ਆ ਉਹ ਸਾਰੇ ਰਿਪਲੈਨਿਸ਼ ਹੋ ਜਾਣ, ਤਾਂ ਕਿ ਉਹ ਜਦੋਂ ਦੁਬਾਰਾ ਪ੍ਰੈਗਨੈਂਟ ਹੋਏ ਉਹ ਅਨੀਮੀਆ ਨਾ ਹੋਏ, ਉਹਦਾ ਉਹ ਹੈਲਦੀ ਹੋ ਸਕੇ। ਘੱਟੋ ਘੱਟ 2 ਬੱਚਿਆਂ ਦੇ ਵਿੱਚ 2 ਸਾਲ ਤੋਂ 2.5 ਸਾਲ ਦਾ ਗੈਪ ਤਾਂ ਬਿਲਕੁਲ ਮਸਟ ਹੈਗਾ, ਤਾਂ ਕਿ ਉਹਦਾ ਸਰੀਰ ਵਾਪਸ ਨੋਰਮਲ ਆ ਸਕੇ ਔਰ ਉਹ ਦੁਬਾਰਾ ਪ੍ਰੈਗਨੈਂਸੀ ਦਾ ਔਰ ਲੇਬਰ ਦਾ ਸਾਰਾ ਕੁਝ ਉਹਦੇ ਵਿੱਚ ਸਟਰੈਂਥ ਹੋਵੇ ਕਿ ਉਹ ਕੰਪਲੀਕੇਸ਼ਨਸ ਨਾਲ ਡੀਲ ਕਰ ਸਕੇ। ਫਿਰ ਜਦੋਂ ਪ੍ਰੈਗਨੈਂਟ ਫੀਮੇਲ ਆਉਂਦੀ ਹੈ, ਸਾਰਾ ਕੁਝ ਮੋਟੀਵੇਸ਼ਨ ਹੋ ਗਈ, ਸਾਰਾ ਕੁਝ ਹੋ ਗਈ, ਪਤਾ ਨਹੀਂ ਕੀ ਹੈਜ਼ਿਟੇਸ਼ਨ ਹੈਗੀ ਹੈ ਜਾਂ ਕੀ ਹੈ, ਲੋਕ ਫਿਰ ਵੀ ਹਸਪੀਟਲ ਨਹੀਂ ਜਾਂਦੇ ਹੈ, ਕਈ ਵਾਰੀ ਮਿਸਗਾਈਡ ਹੋ ਜਾਂਦੇ ਹੈ ਜਾਂ ਉਹਨਾਂ ਦਾ ਪਤਾ ਨਹੀਂ ਟਰਸਟ ਨਹੀਂ ਬਣਿਆ। ਮਤਲਬ ਇਹਦੇ 'ਤੇ ਵੀ ਕੰਮ ਕਰਨ ਵਾਲਾ ਹੈਗਾ ਕਿ ਗੈਪ ਕਿਉਂ ਹੈ। ਉਹ ਅਨਟ੍ਰੇਨਡ ਲੋਕਾਂ ਕੋਲ ਚਲੇ ਜਾਂਦੇ ਹੈਗੇ ਨੇ, ਅਨਟ੍ਰੇਨਡ ਲੋਕਾਂ ਕੋਲ ਜਾ ਕੇ ਉਹ ਖਰਾਬ ਹੁੰਦੇ ਆ, ਉਸ ਤੋਂ ਬਾਅਦ ਹਸਪੀਟਲ ਖਰਾਬ ਹਾਲਤ ਵਿੱਚ ਆਉਂਦੇ ਆ। ਇੰਨੀ ਕਈ ਵਾਰੀ ਖਰਾਬ ਹਾਲਤ ਵਿੱਚ ਆਉਂਦੇ ਆ ਕਿ ਅਸੀਂ ਵੀ ਹੈਲਪਲੈਸ ਹੋ ਜਾਂਦੇ ਆ, ਕਈ ਵਾਰੀ ਪੇਸ਼ੈਂਟ ਨੂੰ ਨਹੀਂ ਬਚਾ ਪਾਉਂਦੇ ਹੈਗੇ ਆ। ਮਤਲਬ ਵੀ ਰੀਅਲੀ ਫੀਲ ਸੌਰੀ ਫॉर दैट ਕਿ ਨਹੀਂ ਬਚਾ ਪਾਉਂਦੇ ਹੈਗਾ। ਮਤਲਬ ਪਰ ਇਹ ਪਤਾ ਨਹੀਂ ਗੈਪ ਨੂੰ ਥੋੜ੍ਹਾ ਘਟਾਉਣਾ ਪਏਗਾ ਸਾਨੂੰ, ਕਿ ਪੇਸ਼ੈਂਟ ਜਿਹੜਾ ਹੈਗਾ ਉਹ ਅਨਟ੍ਰੇਨਡ ਦਾਈਆਂ ਕੋਲ ਜਾਂ ਅਨਟ੍ਰੇਨਡ ਸਟਾਫ ਕੋਲ, RMPਆਂ ਕੋਲ ਨਾ ਜਾਵੇ, ਉਹ ਸਰਕਾਰੀ ਹਸਪਤਾਲ ਜਾਵੇ। ਸਰਕਾਰੀ ਹਸਪਤਾਲ ਦੇਖੋ ਸਾਰੀਆਂ ਸਕੀਮਾਂ ਹੈਗੀਆਂ ਨੇ ਮਦਰ ਵਾਸਤੇ ਵੀ ਬੱਚਿਆਂ ਵਾਸਤੇ, ਤਾਂ ਕਿ ਉਹਦਾ ਫ੍ਰੀ ਟਰੀਟਮੈਂਟ ਦਿੱਤਾ ਜਾਵੇ ਔਰ ਡਾਕਟਰ ਵੀ 24 ਘੰਟੇ ਅਵੇਲੇਬਲ ਹੈਗੇ ਆ। ਮਤਲਬ
ਐਟਲੀਸਟ ਪੰਜਾਬ 'ਚ ਤੇ ਇਦਾਂ ਦਾ ਨਹੀਂ ਕੋਈ ਵੀ ਇਲਾਕਾ ਹੈਗਾ ਜਿੱਥੇ ਡਾਕਟਰ ਅਵੇਲੇਬਲ ਨਾ ਹੋਵੇ। ਇੰਨੇ ਕੋਈ ਰਿਮੋਟ ਏਰੀਆ ਨਹੀਂ ਹੈਗਾ ਜਿਵੇਂ ਆਪਾਂ ਸੋਚੀਏ ਕਿ ਰਾਜਸਥਾਨ 'ਚ ਜਾਂ ਹਿਮਾਚਲ 'ਚ ਹੈਗਾ। ਕਮ ਸੇ ਕਮ ਪੰਜਾਬ 'ਚ ਇੱਦਾਂ ਦਾ ਕੋਈ ਰਿਮੋਟ ਏਰੀਆ ਨਹੀਂ ਹੈ ਜਿਹੜਾ ਕਿ ਐਕਸੈਸਿਬਲ ਨਹੀਂ ਹੈਗਾ ਰੋਡਸ ਦੇ ਨਾਲ, ਕਿ ਜਿੱਥੇ ਉਹ ਰੋਡ ਦੇ ਨਾਲ ਪਹੁੰਚ ਨਹੀਂ ਸਕਦੇ ਹੈਗੇ ਆ। ਡਾਕਟਰ ਸਾਹਿਬ, ਇੱਕ ਦੇਖਣ ਦੇ ਵਿੱਚ ਆਇਆ ਨਵਜੰਮੇ ਬੱਚੇ ਜਿਹੜੇ ਹੈਗੇ ਆ ਡਿਲੀਵਰੀ ਤੋਂ ਬਾਅਦ ਜਿਹੜੇ ਹੈਗੇ ਐਡਮਿਟ ਕਿਉਂ ਕਰਨੇ ਪੈ ਰਹੇ ਆ? ਉਹਦੇ ਤਾਂ ਬਹੁਤ ਸਾਰੇ ਕਾਰਨ ਹੁੰਦੇ ਆ। ਕਈ ਵਾਰੀ ਬੱਚਾ ਜਿਹੜਾ ਹੈਗਾ ਟਾਈਮ ਤੋਂ ਪਹਿਲਾਂ ਹੋ ਜਾਂਦਾ, ਉਹਦੇ ਫੇਫੜੇ ਨਹੀਂ ਇੰਨੇ ਬਣੇ ਹੋਏ ਹੁੰਦੇ ਹੈਗੇ, ਤਾਂ ਕਰਕੇ ਐਡਮਿਟ ਕਰਨੇ ਪੈ ਜਾਂਦੇ ਹੈਗੇ। ਮੇਨ ਕੌਜ਼ ਤਾਂ ਪ੍ਰੀ ਟਰਮ ਹੀ ਹੈ। ਪ੍ਰੀ ਟਰਮ ਡਿਲੀਵਰੀਆਂ ਹੀ ਸਾਡੀਆਂ ਬਹੁਤ ਹੁੰਦੀਆਂ ਆ। ਜਾਂ ਕਈ ਵਾਰੀ ਮਰੀਜ਼ ਨੂੰ ਪਾਣੀ ਪੈਂਦਾ ਰਹਿੰਦਾ ਹੈਗਾ, ਮਰੀਜ਼ ਰਿਪੋਰਟ ਹੀ ਨਹੀਂ ਕਰਦਾ ਹਸਪੀਟਲ ਦੇ ਵਿੱਚ, ਫਿਰ ਬੱਚੇ ਨੂੰ ਇਨਫੈਕਸ਼ਨ ਹੋ ਜਾਂਦੀ ਹੈਗੀ ਹੈ। ਜਾਂ ਕਈ ਵਾਰੀ ਪੈਦਾ ਹੋਣ ਤੋਂ ਬਾਅਦ ਵੀ ਕੋਈ ਬਲੱਡ ਉਹਦਾ ਮੈਚ ਨਹੀਂ ਕਰਦਾ ਹੈਗਾ, ਉਹਦੇ ਨਾਲ ਉਹਦਾ ਬਿਲੀਰੂਬਿਨ ਜਿਹੜਾ ਪੀਲੀਆ ਹੈਗਾ ਉਹ ਵੱਧ ਜਾਂਦਾ ਹੈਗਾ, ਉਹਦੇ ਕਰਕੇ ਐਡਮਿਟ ਕਰਨਾ ਪੈਂਦਾ ਹੈਗਾ। ਜਾਂ ਦੇਖੋ ਇੱਕ ਬਹੁਤ ਇੰਪੋਰਟੈਂਟ ਰੀਜ਼ਨ ਇਹ ਹੈਗਾ ਕਿ ਮਾਵਾਂ ਹਸਪੀਟਲ ਦੇ ਵਿੱਚ ਜਾਂ ਮਤਲਬ ਦੇਖਣ ਵਿੱਚ ਆਇਆ ਹੈਗਾ, ਪਤਾ ਨਹੀਂ ਕਿਉਂ ਉਹਨਾਂ ਨੂੰ ਕਿੰਨਾ ਵੀ ਸਮਝਾ ਲਓ ਉਹ ਆਪਣਾ ਦੁੱਧ ਨਹੀਂ ਦਿੰਦੀਆਂ ਬੱਚੇ ਨੂੰ। ਉਹ ਇਹੀ ਪੁੱਛਣਗੀਆਂ ਕਿ ਕਿਹੜਾ ਗਾਈ ਦਾ ਦੁੱਧ ਪਿਲਾ ਦਈਏ। ਜਾਂ ਕਈ ਵਾਰੀ ਵਾਰਡ ਵਿੱਚ ਮੈਂ ਵੀ ਰਾਊਂਡ ਕਰਦੀ ਹਾਂ ਤਾਂ ਮੈਂ ਦੇਖਦੀ ਹਾਂ ਕਿ ਉਹ ਚਮਚੇ ਨਾਲ ਪਿਲਾ ਰਹੀਆਂ ਹੁੰਦੀਆਂ। ਉਹਨਾਂ ਨੂੰ ਕਹਿਣਾ ਹੈ ਕਿੰਨੀ ਵਾਰੀ ਸਮਝਾਓ, ਨਰਸਿੰਗ ਕੇਅਰ ਵੀ ਹੁੰਦੀ ਹੈ ਸਾਡੇ ਕੋਲ, ਇੰਨਾ ਸਟਾਫ ਹੈਗਾ ਸਾਰਾ ਟਾਈਮ ਸਮਝਾਉਂਦਾ ਹੈਗਾ ਕਿ ਆਪਣਾ ਹੀ ਦੁੱਧ ਪਿਲਾਉਣਾ ਹੈ ਮਾਂ ਨੇ। ਉਹ ਇਹੀ ਕਹਿਣਗੇ ਬੱਚਾ ਮਾਂ ਹਿੱਲ ਨਹੀਂ ਪਾ ਰਹੀ ਹੈ, ਐਦਾਂ ਦਾ ਕੁਛ ਨਹੀਂ ਹੁੰਦਾ ਹੈਗਾ। ਮਾਂ ਦੇ ਵਿੱਚ ਹਮੇਸ਼ਾ ਇੰਨੀ ਤਾਕਤ ਹੁੰਦੀ ਹੈ ਕਿ ਉਹ ਆਪਣੇ ਬੱਚੇ ਨੂੰ ਦੁੱਧ ਪਿਲਾ ਸਕੇ। ਤਾਂ ਉਹਨੂੰ ਅਰਲੀ ਅਗਰ ਉਹਨੂੰ ਗੰਦੇ ਬਰਤਨਾਂ 'ਚ ਦੁੱਧ ਪਿਲਾਏਗੀ, ਗੰਦੇ ਹੱਥਾਂ ਨਾਲ ਦੁੱਧ ਦਿੱਤਾ ਜਾਏਗਾ, ਬੱਚੇ ਨੇ ਬਿਮਾਰ ਹੋਣਾ ਹੀ ਆ। ਸੋ ਦਿਸ ਇਜ਼ ਆਲਸੋ ਵਨ ਆਫ ਦਾ ਰੀਜ਼ਨਸ। ਇੱਕ ਤਾਂ ਇਮਿਊਨਿਟੀ ਘਟਦੀ ਹੈ, ਫਿਰ ਗੰਦਗੀ ਹੈਗੀ ਹੈ, ਗੰਦੇ ਹੱਥਾਂ ਦੇ ਨਾਲ ਪ੍ਰੋਪਰ ਮੇਨਟੇਨ ਨਹੀਂ ਹੁੰਦਾ, ਫਿਰ ਕਈ ਵਾਰੀ ਐਡਮਿਸ਼ਨਸ ਕਰਨੀਆਂ ਹੀ ਪੈਂਦੀਆਂ ਹੈਗੀਆਂ ਨੇ। ਡਾਕਟਰ ਸਾਹਿਬ, ਇੱਕ ਲਾਸਟ ਮੈਸੇਜ ਦੇ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਸ ਨਾਲ ਜਿਹੜਾ ਹੈਗਾ ਵੀ ਆਪਣਾ ਮਹਿਲਾਵਾਂ ਜਿਹੜੇ ਹੈਗੇ ਆਪਣਾ HD ਕੰਟਰੋਲ ਦੇ ਵਿੱਚ ਰੱਖਿਆ ਜਾਵੇ? ਮੈਂ ਤਾਂ ਇਹ ਕਹਿ ਸਕਦੀ ਹਾਂ, ਗਰਭਵਤੀ ਮਹਿਲਾ ਗਰਭਵਤੀ ਤਾਂ ਬਾਅਦ 'ਚੋਂ ਬਣਦੀ ਹੈ। ਪਹਿਲਾਂ ਤਾਂ ਆਪਣੀ ਧੀ ਹੁੰਦੀ ਹੈ, ਨੂੰਹ ਬਾਅਦ 'ਚੋਂ ਬਣਦੀ ਹੈ, ਦੂਸਰੇ ਦੀ ਨੂੰਹ ਵੀ ਬਾਅਦ 'ਚੋਂ ਬਣਦੀ ਹੈ। ਸਭ ਤੋਂ ਪਹਿਲਾਂ ਆਪਾਂ ਆਪਣੀਆਂ ਧੀਆਂ ਦਾ ਖਿਆਲ ਰੱਖਣਾ ਚਾਹੀਦਾ ਹੈਗਾ ਕਿ ਉਹਨਾਂ ਦਾ ਹੀਮੋਗਲੋਬਿਨ ਆਪਾਂ ਸਹੀ ਰੱਖੀਏ ਹਮੇਸ਼ਾ। ਉਹਨਾਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਉਹ ਆਪਣਾ ਖਾਣਾ ਚੰਗੀ ਤਰ੍ਹਾਂ ਨਾਲ ਪੂਰੇ ਤਰੀਕੇ ਦੇ ਨਾਲ ਖਾਣਾ ਖਾਣ, ਹੀਮੋਗਲੋਬਿਨ ਲੈਵਲ ਆਪਣਾ ਪੂਰਾ ਰੱਖਣ, ਆਪਣਾ ਹੈਲਦੀ ਲਾਈਫ ਸਟਾਈਲ ਜੀਣ, ਉਹ ਪੜ੍ਹਨ ਲਿਖਣ, ਹੈਲਦੀ ਲਾਈਫ ਸਟਾਈਲ ਜੀਣ, ਉਹ ਅਵੇਅਰ ਹੋਣੀਆਂ ਚਾਹੀਦੀਆਂ ਆਪਣੇ ਆਸ-ਪਾਸ ਵਾਸਤੇ, ਉਹ ਆਪਣੇ ਹੱਕਾਂ ਵਾਸਤੇ ਅਵੇਅਰ ਹੋਣੀਆਂ ਚਾਹੀਦੀਆਂ ਨੇ। ਉਹਨਾਂ ਨੂੰ ਇਹ ਵੀ ਉਹਨਾਂ ਦਾ ਹੱਕ ਹੀ ਹੈਗਾ ਹੈ ਕਿ ਜਦੋਂ ਗਰਭਵਤੀ ਹੁੰਦੀਆਂ ਨੇ ਤੇ ਉਹਨਾਂ ਨੂੰ ਹਸਪੀਟਲ ਜਾਣਾ ਹੈਗਾ। ਮਤਲਬ ਉਹਨਾਂ ਨੂੰ ਫੈਮਿਲੀ ਮੈਂਬਰਸ ਨੂੰ ਵੀ ਉਹਨਾਂ ਨੂੰ ਪੂਰੀ ਸਪੋਰਟ ਦੇਣੀ ਚਾਹੀਦੀ ਹੈਗੀ ਹੈ, ਬਿਕੋਜ਼ ਸ਼ੀ ਇਜ਼ ਦਾ ਵਨ ਜਿਹਨੇ ਅਗਲੀ ਜਨਰੇਸ਼ਨ ਨੂੰ ਪੈਦਾ ਕਰਨਾ ਹੈਗਾ। ਤੇ ਜੇ ਮਦਰ ਹੀ ਹੈਲਦੀ ਨਹੀਂ ਹੋਏਗੀ, ਉਹਦਾ ਬੋਡੀ, ਉਹਦਾ ਮਾਈਂਡ ਹੈਲਦੀ ਨਹੀਂ ਹੋਊਗਾ, ਉਹ ਆਪਣੇ ਬੱਚੇ ਨੂੰ ਕੀ ਦੇ ਪਾਏਗੀ। ਸੋ ਦਿਸ ਇਜ਼ ਮਾਈ ਓਨਲੀ ਮੈਸੇਜ। ਥੈਂਕ ਯੂ।